ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਘਟਨਾ ਅਸੀਂ ਆਪ ਜੀ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਹੈ, ਜਿੱਥੇ ਇੱਕ ਗੁਰਸਿੱਖ ਦੇ ਨਾਮ ਬਾਣੀ ਦੀ ਕੀਤੀ ਕਮਾਈ ਇੱਕ ਅਫਰੀਕੀ ਨੂੰ ਲੱਗ ਗਈ, ਜਿਸ ਨੇ ਉਸ ਦੀ ਜਾਨ ਬਚਾ ਲਈ। ਜਿੱਥੇ ਮਨੁੱਖ ਨਾਮ ਜਪਦਾ ਹੈ ਉਸ ਦਾ ਅਸਰ ਚਾਰੇ ਪਾਸੇ ਹੁੰਦਾ ਹੈ, ਉਹ ਇਸ ਘਟਨਾ ਤੋਂ ਸਾਬਤ ਹੋ ਜਾਂਦਾ ਹੈ। ਇਹ ਘਟਨਾ 1992 ਦੀ ਹੈ, ਜਦੋਂ ਅਮਰੀਕਾ ਵਿੱਚ ਅਫਰੀਕੀਆਂ 'ਤੇ ਹਮਲੇ ਜ਼ੋਰਾਂ 'ਤੇ ਸੀ। ਬਾਹਰ ਤਾਂ ਬਾਹਰ ਕੁਝ ਇਲਾਕਿਆਂ ਦੇ ਵਿੱਚ ਤਾਂ ਘਰਾਂ ਦੇ ਵਿੱਚ ਵੀ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਘਟਨਾਵਾਂ ਆਮ ਹੀ ਸੁਣਨ ਵਿੱਚ ਮਿਲਦੀਆਂ ਸਨ। ਕਈ ਤਰ੍ਹਾਂ ਦੇ ਗੈਂਗ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਕੰਮ ਕਰਦੇ ਸੀ। ਪੂਰਾ ਅਮਰੀਕਾ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਗੱਲਾਂ ਤੋਂ ਪਰੇਸ਼ਾਨ ਸੀ ਅਤੇ ਡਰ ਤੇ ਸਹਿਮ ਦੇ ਵਿੱਚ ਸਨ। ਹਨੇਰਾ ਹੁੰਦਿਆਂ ਹੀ ਕੋਈ ਬਾਹਰ ਨਹੀਂ ਸੀ ਨਿਕਲ ਕੇ ਆਉਂਦਾ। ਸਾਰੇ ਹੀ ਇਲਾਕੇ ਡਰ ਦੇ ਮਾਹੌਲ ਦੇ ਵਿੱਚ ਰਹਿੰਦੇ ਸੀ। ਐਡਮ ਕੋਲਿੰਸ ਇੱਕ ਬੇਕਰੀ ਦੇ ਵਿੱਚ ਕੰਮ ਕਰਦਾ ਸੀ ਅਤੇ ਅਫਰੀਕਨ ਮੂਲ ਦਾ ਅਮਰੀਕਨ ਨਾਗਰਿਕ ਸੀ। ਦੱਸਿਆ ਜਾਂਦਾ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਸਾਰੇ ਹੀ ਅਫਰੀਕੀ ਲੋਕਾਂ ਦੇ ਲਈ ਨਫ਼ਰਤ ਫੈਲ ਚੁੱਕੀ ਸੀ। ਜਿਵੇਂ ਕੁਝ ਕੁ ਮੁਸਲਮਾਨਾਂ ਕਰਕੇ ਹਰ ਇੱਕ ਮੁਸਲਮਾਨ ਦੇ ਨਾਲ ਅੱਜ ਲੋਕਾਂ ਦੇ ਵਿੱਚ ਨਫ਼ਰਤ ਦੀ ਭਾਵਨਾ ਜਾਗ ਰਹੀ ਹੈ। ਇਹ ਗੱਲ ਧਿਆਨਯੋਗ ਹੈ ਕਿ ਕੁਝ ਕੁ ਬੰਦਿਆਂ ਦੇ ਗਲਤ ਹੋਣ ਨਾਲ ਸਾਰੀ ਕੌਮ ਗਲਤ ਨਹੀਂ ਹੁੰਦੀ। ਇਸੇ ਤਰ੍ਹਾਂ ਐਡਮ ਵੀ ਅਫਰੀਕੀ ਸੀ। ਇਸੇ ਤਰ੍ਹਾਂ ਉਹ ਵੀ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋ ਗਿਆ ਸੀ। ਉਹ ਆਪਣੇ ਪਰਿਵਾਰ ਦੇ ਲਈ ਨਿਰੰਤਰ ਕੰਮ ਕਰ ਰਿਹਾ ਸੀ, ਪਰ ਕਹਿੰਦੇ ਹਨ ਕਿ ਬੁਰਾ ਸਮਾਂ ਘਰੇ ਦੱਸ ਕੇ ਨਹੀਂ ਆਉਂਦਾ। ਅਜਿਹਾ ਹੀ ਕੁਝ ਐਡਮ ਦੇ ਨਾਲ ਹੋਇਆ। ਇੱਕ ਦਿਨ ਉਹ ਰਾਤ ਨੂੰ ਬੇਕਰੀ ਬੰਦ ਕਰਕੇ ਘਰ ਨੂੰ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਗੈਂਗ ਕਿਸੇ ਕਤਲ ਨੂੰ ਅੰਜਾਮ ਦੇ ਕੇ ਰਸਤੇ ਦੇ ਵਿੱਚ ਦੌੜ ਰਿਹਾ ਸੀ। ਮਾੜੀ ਕਿਸਮਤ ਉਸ ਐਡਮ ਦੀ ਜੋ ਉਸ ਇਲਾਕੇ ਦੇ ਵਿੱਚੋਂ ਲੰਘ ਰਿਹਾ ਸੀ। ਪੁਲਿਸ ਉਸ ਗੈਂਗ ਦਾ ਪਿੱਛਾ ਕਰ ਰਹੀ ਸੀ। ਗੈਂਗ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਐਡਮ ਪੂਰੀ ਤਰ੍ਹਾਂ ਨਾਲ ਸਹਿਮ ਗਿਆ। ਉਸ ਨੂੰ ਇੰਜ ਪ੍ਰਤੀਤ ਹੋਇਆ ਕਿ ਜਿਵੇਂ ਉਹ ਲੋਕ ਉਸ ਨੂੰ ਵੀ ਮਾਰ ਦੇਣਗੇ। ਉਸ ਨੂੰ ਇੰਜ ਲੱਗਾ ਕਿ ਜਿਵੇਂ ਉਹ ਲੋਕ ਉਸ ਨੂੰ ਮਾਰਨ ਦੇ ਲਈ ਹੀ ਉਸ ਦੇ ਵੱਲ ਆ ਰਹੇ ਹੋਣ। ਇਹ ਇਲਾਕਾ ਉੱਦਾਂ ਵੀ ਕੁਝ ਸਹੀ ਨਹੀਂ ਸੀ। ਐਡਮ ਪਹਿਲਾਂ ਵੀ ਬਹੁਤ ਜ਼ਿਆਦਾ ਡਰਿਆ ਹੋਇਆ ਸੀ, ਪਰ ਉਹਨਾਂ ਲੋਕਾਂ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਉਹ ਪੂਰੀ ਤਰ੍ਹਾਂ ਨਾਲ ਡਰ ਚੁੱਕਾ ਸੀ ਅਤੇ ਉਸਨੇ ਵੀ ਭੱਜਣਾ ਸ਼ੁਰੂ ਕਰ ਦਿੱਤਾ। ਪਰ ਪੁਲਿਸ ਦੇ ਘੇਰੇ ਤੋਂ ਉਹ ਗੈਂਗ ਬਚ ਨਾ ਸਕਿਆ ਤੇ ਨਾਲ ਦੀ ਨਾਲ ਐਡਮ ਵੀ ਫਸ ਗਿਆ। ਉਸ ਸਮੇਂ ਸਾਰੇ ਗੈਂਗ ਦੇ ਨਾਲ ਐਡਮ ਨੂੰ ਵੀ ਫੜ ਲਿਆ ਗਿਆ। ਉਸ ਸਾਰੀ ਗੈਂਗ ਨੂੰ ਅਤੇ ਐਡਮ ਨੂੰ ਗੱਡੀ ਦੇ ਵਿੱਚ ਪਾ ਕੇ ਪੁਲਿਸ ਸਟੇਸ਼ਨ ਲਿਆਂਦਾ ਗਿਆ। ਐਡਮ ਨੇ ਪੁਲਿਸ ਨੂੰ ਬਹੁਤ ਸਮਝਾਇਆ, ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ। ਐਡਮ ਗੱਡੀ ਵਿੱਚ ਸਾਰਾ ਵਾਰ ਉਸ ਨੂੰ ਬੋਲਦਾ ਗਿਆ। ਇਹ ਚਾਹੇ ਤਾਂ ਪਰਮੇਸ਼ਰ ਦੀ ਮਰਜ਼ੀ ਸਮਝ ਲਓ, ਚਾਹੇ ਤਾਂ ਉਸ ਦੇ ਚੰਗੇ ਭਾਗ। ਉਸ ਗੱਡੀ ਦੇ ਵਿੱਚ ਇੱਕ ਸਿੱਖ ਪੁਲਿਸ ਅਫਸਰ ਵੀ ਸੀ। ਉਸਨੇ ਐਡਮ ਨੂੰ ਚੁੱਪ ਕਰਨ ਦੇ ਲਈ ਕਿਹਾ ਤੇ ਆਪ ਵੀ ਉਹ ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਲੱਗ ਪਿਆ। ਐਡਮ ਵੀ ਧਾਰਮਿਕ ਬੰਦਾ ਸੀ ਅਤੇ ਉਹ ਉਸ ਸਰਦਾਰ ਦੇ ਇੱਕ ਵਾਰ ਕਹੇ ਤੇ ਚੁੱਪ ਕਰ ਗਿਆ, ਕਿਉਂਕਿ ਉਹ ਦੂਜੇ ਧਰਮਾਂ ਦੀ ਇੱਜ਼ਤ ਕਰਦਾ ਸੀ। ਐਡਮ ਵੱਲ ਦੇਖ ਕੇ ਉਹ ਸਰਦਾਰ ਅਫਸਰ ਬਹੁਤ ਜ਼ਿਆਦਾ ਹੈਰਾਨ ਹੋਇਆ ਕਿ ਅਚਾਨਕ ਹੀ ਇਹ ਇੱਕ ਵਾਰ ਕਹਿਣ ਤੇ ਹੀ ਚੁੱਪ ਕਰ ਗਿਆ ਹੈ, ਕਿਉਂਕਿ ਅਜਿਹੀ ਗੈਂਗ ਦੇ ਨਾਲ ਉਹਨਾਂ ਦੇ ਪਹਿਲਾਂ ਵੀ ਟਾਕਰੇ ਹੋਏ ਸਨ। ਉਹਨਾਂ ਨੇ ਕਦੇ ਵੀ ਅਜਿਹਾ ਵਰਤਾਵ ਨਹੀਂ ਵੇਖਿਆ ਸੀ। ਸੋ ਸਰਦਾਰ ਨੇ ਆਪਣਾ ਪਾਠ ਸੰਪੂਰਨ ਕੀਤਾ। ਐਡਮ ਧਿਆਨ ਦੇ ਨਾਲ ਉਸ ਨੂੰ ਸੁਣਦਾ ਰਿਹਾ। ਜਦੋਂ ਉਸਨੇ ਅਰਦਾਸ ਕਰਕੇ ਫਤਿਹ ਬੁਲਾਈ ਤਾਂ ਐਡਮ ਦੇ ਮੂੰਹ ਦੇ ਵਿੱਚੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨਿਕਲੀ। ਐਡਮ ਦੇ ਮੂੰਹੋਂ ਵਾਹਿਗੁਰੂ ਸੁਣ ਕੇ ਉਸ ਸਰਦਾਰ ਅਫਸਰ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਇਸ ਗੈਂਗ ਦਾ ਮੈਂਬਰ ਨਹੀਂ ਹੈ, ਪਰ ਸਾਰੇ ਗੈਂਗ ਦੇ ਨਾਲ ਉਹ ਫੜਿਆ ਗਿਆ ਸੀ ਤਾਂ ਇੱਕਦਮ ਉਹ ਸੋਚ ਕੇ ਉਸ ਨੂੰ ਛੱਡ ਨਹੀਂ ਸੀ ਸਕਦਾ। ਉਸ ਨੂੰ ਰਾਤ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਗਿਆ। ਜਦੋਂ ਸਵੇਰੇ ਸਰਦਾਰ ਅਫਸਰ ਡਿਊਟੀ ਤੇ ਆਇਆ ਤਾਂ ਉਸਨੇ ਐਡਮ ਦੇ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਕਿ ਕਿਵੇਂ ਉਹ ਭੁਲੇਖੇ ਦੇ ਵਿੱਚ ਉਸ ਗੈਂਗ ਦੇ ਨਾਲ ਫੜਿਆ ਗਿਆ ਹੈ। ਗੱਲ ਤਾਂ ਇਹ ਸੀ ਕਿ ਪਰ ਪੁਲਿਸ ਦੇ ਹੋਰ ਅਫਸਰ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਨਹੀਂ ਸਨ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪੁਲਿਸ ਇਹਨਾਂ ਅਫਰੀਕੀਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀ ਤੇ ਐਡਮ ਨੂੰ ਸਿਰਫ ਸਰਦਾਰ ਅਫਸਰ ਦੇ ਕਹਿਣ ਤੇ ਹੀ ਛੱਡ ਨਹੀਂ ਸੀ ਸਕਦੇ ਕਿ ਉਹ ਬੇਗੁਨਾਹ ਹੈ। ਐਡਮ ਨੇ ਉਸ ਸਿੱਖ ਸਰਦਾਰ ਅਫਸਰ ਨੂੰ ਕਿਹਾ ਕਿ ਤੁਸੀਂ ਮੇਰੇ ਤੇ ਯਕੀਨ ਕੀਤਾ ਹੈ, ਮੇਰੇ ਲਈ ਇੰਨਾ ਹੀ ਬਹੁਤ ਹੈ। ਉਸਨੇ ਕਿਹਾ ਕਿ ਜੇਕਰ ਮੈਂ ਸੱਚਾ ਹੋਵਾਂਗਾ ਤਾਂ ਪਰਮਾਤਮਾ ਮੈਨੂੰ ਆਪਣੇ ਆਪ ਹੀ ਬਚਾ ਲਵੇਗਾ। ਮੈਨੂੰ ਜਾਂ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪਵੇਗੀ। ਤੁਸੀਂ ਧਾਰਮਿਕ ਬੰਦੇ ਹੋ। ਮੈਂ ਤੁਹਾਨੂੰ ਗੱਡੀ ਦੇ ਵਿੱਚ ਡਿਊਟੀ ਸਮੇਂ ਪਰਮਾਤਮਾ ਨੂੰ ਯਾਦ ਕਰਦੇ ਵੇਖਿਆ ਸੀ ਤੇ ਮੈਂ ਉਸ ਸਮੇਂ ਡਰਿਆ ਹੋਇਆ ਸੀ ਤੇ ਮੈਂ ਪਰਮਾਤਮਾ ਨੂੰ ਡਰ ਦੇ ਵਿੱਚ ਭੁੱਲ ਹੀ ਚੁੱਕਿਆ ਸੀ, ਪਰ ਤੁਹਾਨੂੰ ਪਰਮਾਤਮਾ ਨੂੰ ਯਾਦ ਕਰਦਿਆਂ ਵੇਖ ਕੇ ਮੇਰੇ ਅੰਦਰ ਵੀ ਹਿੰਮਤ ਆਈ ਤੇ ਤੁਹਾਡੇ ਨਾਲ ਹੀ ਮੈਂ ਵੀ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਐਡਮ ਨੇ ਕਿਹਾ ਕਿ ਤੁਸੀਂ ਮੇਰੀ ਇੰਨੀ ਕੁ ਹੈਲਪ ਕਰਦੇ ਹੋ, ਮੇਰੀ ਫੈਮਿਲੀ ਪਰੇਸ਼ਾਨ ਹੋਵੇਗੀ, ਤੁਸੀਂ ਉਹਨਾਂ ਨੂੰ ਮਿਲ ਕੇ ਸਾਰਾ ਕੁਝ ਦੱਸ ਦਿਓ। ਉਹ ਸਰਦਾਰ ਅਫਸਰ ਉਸ ਦੀ ਫੈਮਿਲੀ ਦੇ ਕੋਲ ਚਲਿਆ ਗਿਆ ਤੇ ਉਧਰ ਪੁਲਿਸ ਦਾ ਮੇਨ ਇਨਵੈਸਟੀਗੇਸ਼ਨ ਆਫੀਸਰ ਉਸ ਪੁਲਿਸ ਸਟੇਸ਼ਨ ਦੇ ਵਿੱਚ ਆ ਗਿਆ। ਉਸਨੇ ਸਾਰੇ ਫੈਸਲੇ ਨੂੰ ਦੇਖ ਕੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਚਾਰਜਿੰਗ ਸ਼ੀਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੂੰ ਕੋਰਟ ਲੈ ਕੇ ਜਾਣਾ ਸੀ। ਉਸ ਸਮੇਂ ਸਰਦਾਰ ਅਫਸਰ ਐਡਮ ਦੇ ਘਰ ਗਿਆ। ਉਸਨੇ ਦੇਖਿਆ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ। ਬੁੱਢੇ ਮਾਂ ਪਿਓ ਆਪਣੇ ਪੁੱਤਰ ਦੇ ਲਈ ਪਰੇਸ਼ਾਨ ਸਨ। ਉਹ ਸਾਰੀ ਰਾਤ ਸੁੱਤੇ ਨਹੀਂ ਸਨ। ਉਸ ਸਿੱਖ ਅਫਸਰ ਨੇ ਉਸਦੇ ਮਾਂ ਪਿਓ ਨੂੰ ਸਾਰੀ ਗੱਲ ਦੱਸੀ ਅਤੇ ਜਦੋਂ ਉਹ ਉੱਥੋਂ ਵਿਦਾਇਗੀ ਲੈਣ ਲੱਗਾ ਤਾਂ
ਉਹ ਪੁਲਿਸ ਥਾਣੇ ਪਹੁੰਚਾ ਤੇ ਉਸਨੇ ਦੇਖਿਆ ਕਿ ਪੁਲਿਸ ਸਟੇਸ਼ਨ ਦਾ ਮਾਹੌਲ ਪੂਰੀ ਤਰ੍ਹਾਂ ਹੈਰਾਨੀ ਨਾਲ ਭਰਿਆ ਹੋਇਆ ਸੀ। ਅਸਲ ਦੇ ਵਿੱਚ ਇਨਵੈਸਟੀਗੇਸ਼ਨ ਆਫੀਸਰ ਉਸ ਐਡਮ ਦਾ ਖਾਸ ਦੋਸਤ ਨਿਕਲਿਆ। ਐਡਮ ਨੇ ਉਸ ਨੂੰ ਸਾਰੀ ਗੱਲ ਦੱਸੀ, ਪਰ ਫਿਰ ਵੀ ਉਹ ਉਸ ਨੂੰ ਛੱਡ ਨਹੀਂ ਸੀ ਸਕਦੇ। ਸਰਦਾਰ ਅਫਸਰ ਨੇ ਕਿਹਾ ਕਿ ਮੇਰੀ ਗਾਰੰਟੀ ਦੇ ਉੱਪਰ ਇਸ ਨੂੰ ਛੱਡ ਦਿੱਤਾ ਜਾਵੇ, ਕਿਉਂਕਿ ਮੈਂ ਇਸ ਦੀ ਫੈਮਿਲੀ ਨੂੰ ਜਾਣਦਾ ਹਾਂ। ਇਹ ਗੱਲ ਚੱਲ ਹੀ ਰਹੀ ਸੀ ਕਿ ਗੈਂਗ ਦੇ ਇੱਕ ਵਿਅਕਤੀ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋਈ। ਉਸਨੇ ਦੱਸਿਆ ਕਿ ਸਾਡਾ ਜਾਂ ਇਸ ਦਾ ਸਾਡੀ ਗੈਂਗ ਦੇ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਹੈ ਤੇ ਨਾ ਹੀ ਐਡਮ ਕੋਈ ਸਾਡੇ ਨਾਲ ਦਾ ਬੰਦਾ ਹੈ। ਸੋ ਇਸ ਤਰ੍ਹਾਂ ਐਡਮ ਨੂੰ ਛੱਡ ਦਿੱਤਾ ਗਿਆ, ਕਿਉਂਕਿ ਪਰਮਾਤਮਾ ਸੱਚੇ ਬੰਦੇ ਦੇ ਨਾਲ ਹਮੇਸ਼ਾ ਖੜਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।